हाँ जी, अज का अपना टॉपिक आ जिहड़ा हैगा कि मैनी मैन्युफैक्चर्ड फूड एंड ड्रिंक प्रोडक्ट्स कंटेन हाई लैवल ऑफ शुगर विच कॉजेस मैनी हैल्थ प्रॉब्लम्स। Sugary products should be made more expensive to encourage people to consume less sugar. Do you agree or disagree? देखो ਇਹਦੇ ਵਿੱਚ ਕਹਿ ਕੀ ਰਹੇ ਨੇ ਕਿ ਜਿਹੜੇ ਅੱਜ ਕੱਲ ਕਾਫੀ ਸਾਰੇ ਪ੍ਰੋਡਕਟ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਅਮਾਉਂਟ ਦੇ ਵਿੱਚ ਪੀਣੇ ਵਾਲੇ ਤੇ ਖਾਣੇ ਵਾਲੇ ਪ੍ਰੋਡਕਟ ਦੇ ਵਿੱਚ ਬਹੁਤ ਜ਼ਿਆਦਾ ਅਮਾਉਂਟ ਦੇ ਵਿੱਚ ਸ਼ੂਗਰ ਹੁੰਦੀ ਆ, ਮਿੱਠਾ ਹੁੰਦਾ, ਜਿਹਦੇ ਕਰਕੇ ਸਾਨੂੰ ਕਾਫੀ ਸਾਰੀਆਂ ਹੈਲਥ ਪ੍ਰੋਬਲਮਸ ਹੁੰਦੀਆਂ ਨੇ ਕਾਫੀ ਸਾਰੀਆਂ ਮਿੱਠੇ ਦੇ ਕਰਕੇ ਖਾਣ ਪੀਣ ਦੇ ਵਿੱਚ ਜਿਹੜਾ ਪਾਇਆ ਹੁੰਦਾ। ਤੇ ਕਹਿੰਦੇ ਉਹਨਾਂ ਨੇ ਇੱਕ ਸੋਲੂਸ਼ਨ ਲੱਭਿਆ, ਕਹਿੰਦੇ ਵੀ ਜਿਹੜੇ ਸ਼ੂਗਰ ਦੇ ਪ੍ਰੋਡਕਟ ਨੇ ਸਾਰੇ ਬਹੁਤ ਮਹਿੰਗੇ ਹੋਣੇ ਚਾਹੀਦੇ ਨੇ ਤਾਂ ਜੋ ਲੋਕ ਖਰੀਦੇ ਨਾ ਪਾਉਣ, ਤੇ ਜੇ ਖਰੀਦਣ ਵੀ ਤੇ ਘੱਟ ਖਰੀਦਣ ਤੇ ਲੋਕੀ ਨੇ ਜਿਹੜੇ ਘੱਟ ਕੰਜ਼ਿਊਮ ਕਰਨ ਤੇ ਬਚੇ ਰਹਿਣ। ਤੁਸੀਂ ਐਗਰੀ ਹੋ ਜਾਂ ਡਿਸਐਗਰੀ ਹੋ? ਡਿਸਐਗਰੀ ਹੋਵਾਂ, ਕਿਉਂਕਿ ਜੇ ਸ਼ੂਗਰ ਦਾ ਸਾਰਾ ਪ੍ਰੋਡਕਟ ਮਹਿੰਗਾ ਕਰ ਦਿੱਤਾ ਗਿਆ ਤਾਂ ਅਲਟੀਮੇਟਲੀ ਇਨਫਲੇਸ਼ਨ ਬਹੁਤ ਉੱਤੇ ਚੱਲ ਜਾਣੀ ਹੈ। ਲੋਕਾਂ ਦਾ ਰੋਟੀ ਪਾਣੀ ਨਹੀਂ ਖਾਧਾ ਜਾਂਦਾ, ਉਹਨਾਂ ਦੀਆਂ ਚੀਜ਼ਾਂ ਹੋਰ ਮਹਿੰਗੀਆਂ ਹੋ ਜਾਣੀਆਂ, ਜਿਨ੍ਹਾਂ ਦੇ ਵਿੱਚ ਨੋਰਮਲੀ ਚੀਨੀ ਹਰੇਕ ਚੀਜ਼ 'ਚ ਪੈਂਦੀ ਆ। ਚਾਹ 'ਚ ਚੀਨੀ ਪੈਂਦੀ ਆ, ਛੋਟੇ ਮੋਟੇ ਆਪਾਂ ਬਿਸਕੁਟ ਖਾਂਦੇ ਉਹਨਾਂ 'ਚ ਥੋੜ੍ਹੀ ਚੀਨੀ ਪੈਂਦੀ ਆ, ਥੋੜ੍ਹੀ ਅਮਾਊਂਟ 'ਚ ਪੈਂਦੀ ਆ, ਬਟ ਸ਼ੂਗਰ ਉਹਦੇ ਵਿੱਚ ਵੀ ਪੈਂਦੀ ਆ। ਠੀਕ ਆ ਨਾ। ਸੋ ਹੁਣ ਇਹਨੂੰ ਆਪਾਂ ਟੌਪਿਕ ਨੂੰ ਕਰਦੇ ਹਾਂ ਕਿ ਕੀ ਲਿਖਣਾ, ਕੀ ਨਹੀਂ ਲਿਖਣਾ। ਧਿਆਨ ਨਾਲ ਦੇਖੋ, ਧਿਆਨ ਨਾਲ। ਸਭ ਤੋਂ ਪਹਿਲੇ ਨੰਬਰ 'ਤੇ ਤਾਂ ਇਹਦੇ ਜੀ 2 ਬੋਡੀ ਪੈਰਾਗ੍ਰਾਫ ਬਣਾਵਾਂਗੇ ਆਪਾਂ, ਬੋਡੀ ਪੈਰਾਗ੍ਰਾਫ 1, ਬੋਡੀ ਪੈਰਾਗ੍ਰਾਫ 2। ਠੀਕ ਆ। ਜਿਹੜਾ ਪਹਿਲਾ ਬੋਡੀ ਪੈਰਾਗ੍ਰਾਫ ਹੋਊਗਾ ਦੂਸਰੇ ਬੋਡੀ ਪੈਰਾਗ੍ਰਾਫ ਦੇ ਨਾਲ ਰਲਦਾ ਮਿਲਦਾ ਹੋਊਗਾ, ਇਸ ਕਰਕੇ ਜਿਹੜਾ ਸੈਕਿੰਡ ਬੋਡੀ ਪੈਰਾਗ੍ਰਾਫ ਹੋਊਗਾ ਉਹਨੂੰ ਆਪਾਂ ਮੋਰ ਓਵਰ ਕਹਿ ਕੇ ਚਲਾ ਦਾਂਗੇ, ਕਿਉਂਕਿ ਆਪਾਂ ਇੱਕੋ ਚੀਜ਼ ਡਿਸਕਸ ਕਰਨੀ ਹੈ, ਇਹਦੇ ਵਿੱਚ ਡਿਸਐਗਰੀ ਹੋਣਾ, ਕਿਉਂਕਿ ਆਪਾਂ ਨੂੰ ਹੋਣਾ ਵੀ ਇੱਕੋ ਪਾਸੇ ਪੈਣਾ ਵਾ। ਕਿਉਂਕਿ ਇੱਧਰ ਆਪਾਂ ਨੇ ਲਿਖਿਆ ਡੂ ਯੂ ਐਗਰੀ ਔਰ ਡਿਸਐਗਰੀ। ਜੇ ਉਰੇ ਟੂ ਵਟ ਐਕਸਟੈਂਟ ਲਿਖਿਆ ਹੁੰਦਾ ਤਾਂ ਆਪਣੇ ਕੋਲ ਚੋਇਸ ਸੀਗੀ ਅੱਧਾ ਹੋਣ ਦੀ, ਪਾਰਸ਼ਲ ਹੋਣ ਦੀ, ਜਾਂ ਗ੍ਰੇਟਲੀ ਜਾਣੀ 70-30 ਹੋਣ ਦੀ, ਬਟ ਹੁਣ ਆਪਣੇ ਕੋਲ ਕੋਈ ਚੋਇਸ ਨਹੀਂ ਹੈਗੀ, ਜਾਂ ਤਾਂ ਐਗਰੀ ਹੋਵੋ ਜਾਂ ਡਿਸਐਗਰੀ ਹੋਵੋ, ਇੱਕ ਪਾਸੇ ਹੋਵੋ। ਮੈਂ ਡਿਸਐਗਰੀ ਹੁੰਨਾ। ਕਿਵੇਂ ਹੁੰਨਾ, ਕਿਉਂ ਹੁੰਨਾ, ਉਹ ਦੇਖੋ ਧਿਆਨ ਨਾਲ। ਸਭ ਤੋਂ ਪਹਿਲਾਂ ਨੰਬਰ 'ਤੇ ਤਾਂ ਆਪਾਂ ਸ਼ੂਗਰ ਨੂੰ ਡਿਸਕਸ ਕਰੀਏ ਕੀ ਹੁੰਦੀ ਆ। ਸ਼ੂਗਰ 2 ਤਰੀਕੇ ਦੀ ਹੁੰਦੀ ਆ ਜੀ, ਇੱਕ ਤਾਂ ਹੁੰਦੀ ਆ ਨੈਚੁਰਲ, ਇੱਕ ਹੁੰਦੀ ਆ ਸਿੰਥੈਟਿਕ। ਠੀਕ ਆ। ਜਾਂ ਤੁਸੀਂ ਲਾ ਲਓ ਜਿਹੜੀ ਸ਼ੂਗਰ ਆ, ਜਿਹੜੀ ਨੈਚੁਰਲ ਸ਼ੂਗਰ ਹੁੰਦੀ ਆ ਉਹ ਹੁੰਦੀ ਕੀ ਆ ਕਿ ਜਿਹੜੀ ਆਪਾਂ ਨੂੰ ਗੰਨੇ ਤੋਂ ਗੁੜ ਬਣਦਾ ਤੇ ਉਹਦੇ ਵਿੱਚ ਵਿਚਾਲੇ ਸ਼ੂਗਰ ਦੀ ਪ੍ਰੋਸੈਸਿੰਗ ਕਰਕੇ ਜਿਹੜੀ ਸ਼ੂਗਰ ਬਣਦੀ ਆ ਉਹ ਇੱਕ ਹੁੰਦੀ ਆ। ਜਿਹੜੀ ਸਿੰਥੈਟਿਕ ਜਿਹੜੀ ਬਣਾਈ ਜਾਂਦੀ ਆ, ਮੈਨਮੇਡ ਹੁੰਦੀ ਆ, ਕਿਸੇ ਕੈਮੀਕਲ ਨੂੰ ਰਲਾ ਕੇ ਸ਼ੂਗਰੀ ਟੇਸਟ ਲਿਆਂਦਾ ਜਾਂਦਾ ਵਾ, ਜਿਹਦੇ ਨਾਲ ਆਪਾਂ ਨੂੰ ਐਸੀ ਫੀਲਿੰਗ ਆਉਂਦੀ ਆ ਕਿ ਚੀਜ਼ ਮਿੱਠੀ ਆ। ਅਸਲ 'ਚ ਉਹ ਮਿੱਠੀ ਫੀਲਿੰਗ ਹੁੰਦੀ ਆ, ਉਹਦੇ ਵਿੱਚ ਸ਼ੂਗਰ ਦਾ ਕੋਈ ਕੰਟੈਂਟ ਨਹੀਂ ਹੁੰਦਾ ਹੈਗਾ। ਤਾਂ 2 ਤਰੀਕੇ ਨਾਲ ਸਾਨੂੰ ਮਿਠਾਸ ਮਿਲਦੀ, ਇੱਕ ਨੈਚੁਰਲੀ ਗੰਨੇ ਤੋਂ ਹੋ ਸਕਦੀ ਆ, ਸਾਨੂੰ ਸ਼ਹਿਦ ਤੋਂ ਹੋ ਸਕਦੀ ਆ, ਸਾਨੂੰ ਕਿਸੇ ਨਾ ਕਿਸੇ ਚੀਜ਼ ਤੋਂ ਹੋ ਸਕਦੀ ਆ ਮਿਲੇ, ਉਹ ਨੈਚੁਰਲ ਸ਼ੂਗਰ ਆ। ਜਿਹੜੀ ਸਾਨੂੰ ਸਿੰਥੈਟਿਕ ਮਿਲੇ ਉਹ ਹੈਗੀ ਆ ਫੇਕ ਸ਼ੂਗਰ। ਤੇ ਹੁਣ ਹੁੰਦਾ ਕੀ ਆ, ਜਿਹੜੀ ਨੈਚੁਰਲ ਸ਼ੂਗਰ ਆ ਉਹ ਇੰਨੀ ਜ਼ਿਆਦਾ ਖਤਰਨਾਕ ਨਹੀਂ ਹੈਗੀ। ਠੀਕ ਆ ਉਹ, ਕਿਉਂਕਿ ਐਕਸੈਸਿਵ ਅਮਾਊਂਟ 'ਚ ਕੋਈ ਵੀ ਚੀਜ਼ ਲੈਣੀ ਜਾਂ ਕੋਈ ਵੀ ਚੀਜ਼ ਹੋਣੀ ਸਾਰੀਆਂ ਹੀ ਮਾੜੀਆਂ ਨੇ, ਸਾਰੀਆਂ ਚੀਜ਼ਾਂ ਦੀਆਂ ਡਿਸਐਡਵਾਂਟੇਜਸ ਨੇ। ਪ੍ਰੋਟੀਨ ਬੰਦੇ ਦੀ ਬੋਡੀ 'ਚ ਬਹੁਤ ਜ਼ਿਆਦਾ ਮਾਤਰਾ 'ਚ ਹੋਵੇ ਬੰਦਾ ਮਰ ਸਕਦਾ ਵਾ, ਵਿਟਾਮਿਨ ਬਹੁਤ ਜ਼ਿਆਦਾ ਮਾਤਰਾ 'ਚ ਹੋਣ ਤਾਂ ਵੀ ਮਰ ਸਕਦਾ ਵਾ। ਜਾਣੀ ਹਰੇਕ ਚੀਜ਼ ਇੱਕ ਬੈਲੈਂਸ 'ਚ ਚਾਹੀਦੀ ਆ, ਤੇ ਜਿਹੜੀ ਸ਼ੂਗਰ ਆ ਜੇ ਬੈਲੈਂਸ 'ਚ ਖਾਧੀ ਜਾਵੇ ਤਾਂ ਕੋਈ ਹਾਰਮ ਨਹੀਂ ਕਰਦੀ। ਬਟ ਜਿਹੜੇ ਵੀ ਅੱਜ ਕੱਲ੍ਹ ਪ੍ਰੋਡਕਟਸ ਨੇ ਫੂਡ ਤੇ ਡਰਿੰਕ ਨੇ, ਮੋਸਟਲੀ ਜਿਹੜੇ ਆਪਾਂ ਬਾਹਰੋਂ ਪ੍ਰੋਡਕਟਸ ਲੈਂਦੇ ਆ ਉਹਨਾਂ ਦੇ ਵਿੱਚ ਜਿਹੜੀ ਸ਼ੂਗਰ ਯੂਜ਼ ਕੀਤੀ ਜਾਂਦੀ ਆ ਉਹ ਸਿੰਥੈਟਿਕ ਸ਼ੂਗਰ ਕੀਤੀ ਜਾਂਦੀ ਆ ਯੂਜ਼, ਬਿਕੋਜ਼ ਸਿੰਥੈਟਿਕ ਸ਼ੂਗਰ ਸਸਤੀ ਪੈਂਦੀ ਆ, ਈਜ਼ੀ ਟੂ ਮੇਡ ਹੁੰਦੀ ਆ। ਕਿਉਂਕਿ ਜਿਹੜੀ ਦੂਸਰੀ ਸ਼ੂਗਰ ਆ ਉਹਨੂੰ ਬਣਾਉਣ ਲਈ ਪਹਿਲਾਂ ਬਹੁਤ ਖੇਚਲ ਕਰਨੀ ਪੈਂਦੀ, ਜੇ ਇੰਨੀ ਖੇਚਲ ਕੀਤੀ ਆ ਤਾਂ ਉਹ ਮਹਿੰਗੀ ਵੀ ਵਿਕਦੀ ਆ। ਠੀਕ ਆ ਨਾ। ਸੋ ਦੈਟ ਇਜ਼ ਵਾਈ ਜਿਹੜੇ ਆਪਣੇ ਬਾਹਰਲੇ ਪ੍ਰੋਡਕਟਸ ਹੁੰਦੇ ਨੇ, ਜਿੱਦਾਂ ਹੋ ਗਿਆ ਰੈੱਡ ਬੁੱਲ ਹੋ ਗਿਆ, ਰੈੱਡ ਬੁੱਲ, ਕੋਕ, ਫੈਂਟਾ, ਕੋਈ ਵੀ ਹੈ ਨਾ ਸੌਫਟ ਡਰਿੰਕ ਹੋ ਗਏ, ਹੈ ਨਾ ਕੋਲਡ ਡਰਿੰਕ ਵਗੈਰਾ ਹੋ ਗਏ, ਜਾਂ ਕੋਈ ਵੀ ਪੇਸਟੀ, ਕੇਕ ਵਗੈਰਾ ਐਸੀਆਂ ਕੋਈ ਵੀ ਚੀਜ਼ਾਂ ਹੋ ਗਈਆਂ ਜਿਹੜੀ ਇਹਨਾਂ 'ਚ ਮਿਠਾਸ ਹੁੰਦੀ ਆ, ਉਹ ਸਾਰੀ ਦੀ ਸਾਰੀ ਹੁੰਦੀ ਆ ਮਿਠਾਸ ਜਿਹੜੀ ਆਪਣਾ ਆਰਟੀਫਿਸ਼ੀਅਲ ਕੰਟੈਂਟ ਹੁੰਦਾ, ਇਸ ਕਰਕੇ ਉਹ ਚੀਜ਼ਾਂ ਮਾੜੀਆਂ ਨੇ। ਠੀਕ ਆ। ਆਹ ਚੀਜ਼ ਜਿਹੜੀ ਆਪਾਂ ਐਕਸਪਲੇਨੇਸ਼ਨ ਜਿੰਨੀ ਵੀ ਦਿੱਤੀ ਆ ਆਪਾਂ ਫਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਦੇ ਦੇਣੀ ਆ, ਕਿਉਂਕਿ ਆਪਾਂ ਡਿਸਐਗਰੀ ਆ। ਹੁਣ ਉਸ ਤੋਂ ਬਾਅਦ ਜਿਹੜਾ ਸੈਕਿੰਡ ਬੋਡੀ ਪੈਰਾਗ੍ਰਾਫ ਆ, ਮੋਰ ਓਵਰ ਲਿਖ ਦਿਓ। ਮੋਰ ਓਵਰ ਹੁਣ ਉਰੇ ਲਿਖੋ, ਇਫ ਦਾ ਪ੍ਰਾਈਸ ਜਾਂ ਇਫ ਦੀ ਪ੍ਰਾਈਸਿਸ ਜਾਂ ਰੇਟਸ ਆਫ ਦੀ ਸ਼ੂਗਰ ਪ੍ਰੋਡਕਟਸ would be high, then it will be hard, yeah, it will be impossible for normal people to have one day meal, because most of the people these days are not privileged enough to get food
for eating. They are hardly earning 1 day or 2 day meal. And if this happens, if the price of the normal utilities become high, then it will be impossible for them to have meals, and people will be starving and they will die with the starvation. ਆ ਚੀਜ਼ ਲਿਖ ਸਕਦੇ ਹੋ ਕਿ ਮਹਿੰਗਾ ਨਹੀਂ ਹੋਣਾ ਚਾਹੀਦਾ। ਦੂਸਰੇ ਨੰਬਰ ਦੇ ਉੱਤੇ ਤੁਸੀਂ ਇਹਦੇ ਵਿੱਚ ਕੀ ਕਰੋਗੇ, ਤੁਸੀਂ ਇੱਕ ਆ ਚੀਜ਼ ਲਿਖਤੀ ਵੀ ਹੋਣਾ ਨਹੀਂ ਚਾਹੀਦਾ, ਨਾਲ ਇਹਦੇ ਨਾ ਇੱਕ ਸੋਲੂਸ਼ਨ ਦੱਸ ਦੋਗੇ ਆਪਣੇ ਤੌਰ ਤੇ ਵੀ ਇਹ ਨਹੀਂ ਹੋਣਾ ਚਾਹੀਦਾ, ਕੁਝ ਹੋਰ ਕਰ ਲਓ। ਕਿਹੜਾ ਸੋਲੂਸ਼ਨ ਦੱਸੋਗੇ ਤੁਸੀਂ ਇਹਦੇ ਵਿੱਚ? ਦੱਸੋਗੇ ਵੀ ਮੈਂ ਤਾਂ ਐਗਰੀ ਹੈ ਨਹੀਂ ਇਹ ਚੀਜ਼ ਨਾਲ, ਬਟ ਹੋਣਾ ਕੀ ਚਾਹੀਦਾ ਜੇ ਤੁਸੀਂ ਲੋਕਾਂ ਦੇ ਵਿੱਚ ਸ਼ੂਗਰ ਨੂੰ ਘੱਟ ਕਰਨਾ, ਜਿਵੇਂ ਕਾਫੀ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ। ਬਿਮਾਰੀਆਂ ਆਪਾਂ ਫਸਟ ਬੋਡੀ ਪੈਰਾਗ੍ਰਾਫ 'ਚ ਦੱਸ ਸਕਦੇ ਹਾਂ ਕਿਹੜੀ ਕਿਹੜੀ ਹੁੰਦੀ ਆ। ਕਹਿ ਦਿਓ ਜੀ ਇਹਦੇ ਨਾਲ ਆਪਾਂ ਨੂੰ ਡਾਇਬਟੀਜ਼ ਹੁੰਦੀਆਂ ਨੇ, ਸਾਡਾ ਪੈਨਕ੍ਰੀਆਸ ਖਤਮ ਹੋ ਜਾਂਦਾ ਨਾ। ਸਾਨੂੰ ਕਹਿ ਦਿਓ ਕਿ ਇਹਦੇ ਨਾਲ ਕੈਂਸਰ ਹੁੰਦਾ, ਕਿਉਂਕਿ ਜਿਹੜੀ ਆਰਟੀਫਿਸ਼ੀਅਲ ਸ਼ੂਗਰ ਹੁੰਦੀ ਆ ਜੇ ਸਾਡੇ ਸਰੀਰ 'ਚ ਜਾਊਗੀ ਤਾਂ ਸਾਨੂੰ ਕੈਂਸਰ ਕਰੂਗੀ, ਜਾਂ ਹੋਰ ਕਾਫੀ ਸਾਰੀਆਂ ਬਿਮਾਰੀਆਂ ਕਰ ਸਕਦੀਆਂ ਨਾ। ਉਹ ਚੀਜ਼ਾਂ ਦੱਸਤੀਆਂ। ਫਿਰ ਤੁਸੀਂ ਸੈਕੰਡ ਬੋਡੀ ਪੈਰਾਗ੍ਰਾਫ 'ਚ ਦੱਸ ਰਹੇ ਹੋਗੇ ਜੀ ਇਹਨੂੰ ਜੇ ਆਪਾਂ ਮਹਿੰਗਾ ਕਰਤਾ ਤਾਂ ਲੋਕਾਂ ਤੋਂ ਕੁਝ ਖਾ ਪੀ ਨਹੀਂ ਹੋਣਾ ਹੈਗਾ। ਸੋ ਹੁਣ ਤੁਸੀਂ ਇਹਦੇ ਵਿੱਚ ਕਹਿਣਾ ਕੀ ਆ ਕਿ ਜਿੱਦਾਂ ਕਿ ਕਾਫੀ ਸਾਰੀਆਂ ਬਿਮਾਰੀਆਂ ਨਾਲ ਕ੍ਰੀਏਟ ਹੁੰਦੀਆਂ ਨੇ, ਚਾਹੀਦਾ ਇਹ ਆ ਕਿ ਜਿਹੜੀ ਆਰਟੀਫਿਸ਼ੀਅਲ ਸ਼ੂਗਰ ਆ ਨਾ ਵਰਤੀ ਜਾਵੇ, ਜਾਂ ਉਨੀ ਕੁ ਹੀ ਅਮਾਊਂਟ 'ਚ ਵਰਤੀ ਜਾਵੇ ਜਿਹੜੀ ਹਿਊਮਨ ਬੋਡੀ ਦੇ ਲਈ ਸੇਫ ਆ। ਦੂਜੇ ਨੰਬਰ ਦੇ ਉੱਤੇ ਮੋਸਟਲੀ ਜਿੰਨਾ ਹੋ ਸਕੇ ਨੈਚੁਰਲ ਸ਼ੂਗਰ ਵਰਤੋ। ਉਸ ਤੋਂ ਇਲਾਵਾ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ, ਇੰਪਲੋਇਰਸ ਨੂੰ ਆਪਣੀਆਂ ਕੰਪਨੀਜ਼ ਦੇ ਵਿੱਚ ਕੈਂਪੇਨਸ ਰਨ ਕਰਨੀਆਂ ਚਾਹੀਦੀਆਂ, ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਕਿ ਸ਼ੂਗਰ ਕੰਟੈਂਟ ਨਾ ਖਾਓ, ਬਿਕੋਜ਼ ਇਹਦੇ ਨਾਲ ਤੁਹਾਨੂੰ ਕਾਫੀ ਬਿਮਾਰੀਆਂ ਹੋ ਸਕਦੀਆਂ ਨੇ। ਅਸਲ 'ਚ ਆ ਜਿਹੜੀ ਵੀ ਚੀਜ਼ ਆ ਕਾਫੀ ਜ਼ਿਆਦਾ ਖਾਣਾ, ਠੀਕ ਆ, ਜਾਂ ਉਹ ਚੀਜ਼ ਖਾਣੀ ਜਿਹਦੇ ਨਾਲ ਅਸੀਂ ਖਰਾਬ ਹੋ ਸਕਦੇ ਹਾਂ, ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਲੈਕ ਆਫ ਅਵੇਅਰਨੈਸ ਦੇ ਕਰਕੇ ਆਉਂਦਾ ਵਾ ਲੋਕਾਂ ਨੂੰ। ਬਿਕੋਜ਼ ਅੱਜ ਦੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਕੰਮ ਨੇ, ਉਹ ਕੰਪੀਟੀਸ਼ਨ 'ਚ ਬਹੁਤ ਜ਼ਿਆਦਾ ਫਸੇ ਹੋਏ ਨੇ। ਕੰਪੀਟੀਸ਼ਨ ਦੇ ਵਿੱਚ ਹੁੰਦੇ ਹੋਏ ਉਹ ਬਾਹਰਲੀਆਂ ਚੀਜ਼ਾਂ 'ਤੇ ਧਿਆਨ ਨਹੀਂ ਦੇ ਪਾਉਂਦੇ, ਜਿਵੇਂ ਆਪਣੀ ਡਾਈਟ ਨੂੰ ਸਹੀ ਕਰਨਾ। ਤਾਂ 90% ਲੋਕਾਂ ਦੀ ਡਾਈਟ ਖਰਾਬ ਆ। ਸੋ ਦੈਟ ਇਜ਼ ਵਾਈ ਚਾਹੀਦਾ ਇਹ ਆ ਕਿ ਉਹਨਾਂ ਦੀ ਡਾਈਟ ਸਹੀ ਹੋਵੇ, ਲੋਕੀ ਜਿੰਮ ਜਾਣ, ਉਹਨਾਂ ਨੂੰ ਅਵੇਅਰ ਕੀਤਾ ਜਾਵੇ, ਜਿਹਦੇ ਕਰਕੇ ਨਾ ਪ੍ਰਾਈਸ ਵਧਾਏ ਬਿਨਾਂ ਲੋਕਾਂ ਦੇ ਅੰਦਰ ਆ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਨੇ ਇਹਨਾਂ ਨੂੰ ਖਤਮ ਕੀਤਾ ਜਾਵੇ। ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਰਿਜ਼ਲਟ ਲਿਖੋਗੇ ਕਿ ਆਲ ਇਨ ਆਲ ਇਟ ਇਜ਼ ਐਵੀਡੈਂਟ ਦੈਟ, ਜਾਂ ਇਨ ਕਨਕਲੂਜਨ ਇਟ ਇਜ਼ ਕਲੀਅਰ ਦੈਟ। ਜਿੱਦਾਂ ਵੀ ਤੁਸੀਂ ਰਿਜ਼ਲਟ ਲਿਖਦੇ ਹੋ ਕਿ ਵੀ ਰਿਜ਼ਲਟ ਦੇ ਤੌਰ 'ਤੇ ਇੱਕ ਆਹ ਚੀਜ਼ ਕਲੀਅਰ ਹੁੰਦੀ ਆ ਕਿ ਜਿਹੜਾ ਵੀ ਬੰਦਾ ਸ਼ੂਗਰ ਖਾਂਦਾ ਉਹਨੂੰ ਘੱਟ ਕਰਨਾ ਚਾਹੀਦਾ। ਮੋਸਟਲੀ ਜਿੰਨਾ ਹੋ ਸਕੇ ਨੈਚੁਰਲ ਸ਼ੂਗਰ ਖਾਓ ਅਤੇ ਆਰਟੀਫਿਸ਼ੀਅਲ ਸ਼ੂਗਰ ਨੂੰ ਖਤਮ ਕਰੋ। ਨਾਲ ਦੀ ਨਾਲ ਕੋਈ ਨਾ ਕੋਈ ਐਕਸਰਸਾਈਜ਼ ਕਰੋ ਤਾਂ ਜੋ ਕੋਈ ਆਪਾਂ ਨੂੰ ਬਿਮਾਰੀ ਨਾ ਹੋ ਸਕੇ। ਇਹ ਸਾਡਾ ਅੱਜ ਦਾ ਰਾਈਟਿੰਗ ਦਾ ਟਾਸਕ 2 ਸੀ।